इत्थों के वसनीक सन बाबा ददार सिंह जी। जदों उन्होंने भी ये सारी खबर पता लगी हरमंदर साहिब की बेअदबी बारे, बाबा दीप सिंह साहिब जी के आउण बारे, उन्होंने भी अपने कुछ साथियों नाल लिया। इत्थों चाले पा के बाबा दीप सिंह साहिब के जथे के नाल गोलवड़ के मैदान में जा करके उन्होंने रलना किया। ते फिर जिहड़ी वो धर्म युद्ध की जंग सी, एक पासे तकरीबन 40,000 की फौज है, दूजे पासे जिहड़ी है वो 10,000 की फौज है। पर ये खालसा पंथ गुरु रामदास पातशाह महाराज के पावन दरबार तो कुर्बान होने वास्ते हस हस के अपनियां जानां तली ते धर के लड़दा रहा। एक पासे जे ਜਿਹੜੇ देश ਨੂੰ लुੱਟਣ वाले सन ਤੇ ਦੂਜੇ ਪਾਸੇ ਜਿਹੜੇ देश ਨੂੰ ਬਚਾਉਣ वाले सन, ਉਹਨਾਂ देश ਨੂੰ ਬਚਾਉਣ ਵਾਲਿਆਂ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਦਦਾਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਨਾਲ ਹੋਰ ਵੀ ਸਾਡੇ ਇਲਾਕੇ ਚੋਂ ਬਹੁਤ ਸਾਰੇ ਸਿੰਘ, ਜਿਵੇਂ ਕਿ ਇੱਥੇ ਆਪਾਂ ਵੇਖ ਸਕਦੇ ਹਾਂ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਏ, ਉਹਨਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ। बाबा संतोख सिंह साहब जी, बाबा अरूड़ सिंह जी, बाबा दयाल सिंह जी, बाबा बलवंत सिंह जी, बाबा सैयद सिंह, बाबा महताब सिंह, अनेकों ही सिंह जिहड़े सी उस धर्म युद्ध दे विच शामिल होए, जिन्हां ने अपनियां जानां कुर्बान कीतियां गुरु रामदास पातशाह महाराज दे घर नूं बचाउण वास्ते। ਸਮੁੱਚੇ ਇਲਾਕੇ ਨੇ ਉਹਨਾਂ ਦੀ ਆਪਣੀ ਜੱਦੀ ਜ਼ਮੀਨ ਦੇ ਵਿੱਚ ਵਿਸ਼ਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਉਸਾਰਿਆ ਹੋਇਆ ਹੈ, ਜਿੱਥੇ ਹਰ ਸਾਲ ਹੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਆ ਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਸਾਡੇ ਤੇ ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ ਹੈ, ਕੋਈ ਅਖੰਡ ਪਾਠ ਸਾਹਿਬ ਕਰਵਾ ਕੇ ਜਾਂਦਾ ਹੈ, ਕੋਈ ਹੋਰ ਸੇਵਾ ਕਰਵਾ ਕੇ ਜਾਂਦਾ ਹੈ, ਤੇ ਸੋ ਬੜੀ ਸ਼ਹੀਦ ਸਿੰਘਾਂ ਦੀ ਕਿਰਪਾ ਹੈ। ਜੋ ਵੀ ਸ਼ਰਧਾ ਭਾਵਨਾ ਨਾਲ ਸਥਾਨ ਤੇ ਆ ਕੇ ਅਰਦਾਸ ਕਰਦਾ ਹੈ ਉਹ ਜ਼ਰੂਰ ਸੰਪੂਰਨ ਹੁੰਦੀ ਹੈ। सत श्री अकाल जी, तुसीं देख रहे हो साझा पंजाब टीवी। मैं हाँ गुरमीत राजा अंम੍ਰਿਤਸਰ ਤੋਂ। ਅੱਜ ਤੁਹਾਨੂੰ ਕਿਸੇ ਨੇ ਪਾਵਨ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ, ਜਿਹੜਾ ਕਿ ਗੁਰਦੁਆਰਾ ਹੈਗਾ ਵਰਪਾਲ ਦੇ ਵਿੱਚ ਜਿਹੜਾ ਸਥਿਤ ਹੈਗਾ ਆ। ਅਮਰ ਸ਼ਹੀਦ ਬਾਬਾ ਦਦਾਰ ਸਿੰਘ ਜੀ ਦਾ ਇਤਿਹਾਸਕ ਗੁਰਦੁਆਰਾ ਹੈਗਾ ਆ। ਇਹ ਗੁਰਦੁਆਰੇ ਦੀ ਆਪਾਂ ਗੱਲ ਕਰੀਏ ਤੇ ਇਸ ਗੁਰਦੁਆਰੇ ਦਾ ਇਤਿਹਾਸ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਲ ਉਹ ਜੁੜਿਆ ਹੈਗਾ ਆ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਜਿਹੜੀ ਹੈਗੀ ਸੀ ਅਬਦਾਲੀ ਵੱਲੋਂ ਕੀਤੀ ਗਈ ਸੀ, ਕਿ ਉਸ ਦੀ ਸੂਚਨਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਿੰਘਾਂ ਵੱਲੋਂ ਆ ਕੇ ਦਿੱਤੀ ਗਈ ਸੀ। ਉਸ ਤੋਂ ਬਾਅਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਇੰਨੀ ਗੱਲ ਆਖੀ ਸੀ ਕਿ ਅਸੀਂ ਜਿਹੜੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਉਹ ਅਬਦਾਲੀ ਕੋਲੋਂ ਲੈਣਾ ਹੈਗਾ। ਤੇ ਉਸ ਦੌਰਾਨ ਹਰਿਮੰਦਰ ਸਾਹਿਬ ਨੂੰ ਚਾਲੇ ਪਾਉਣ ਲਈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੇ ਹੋਰ ਸਿੰਘ ਹੈਗੇ ਸੀ, ਜੱਥੇ ਹੈਗੇ ਸੀ, ਉਹ ਜਿਹੜੇ ਹੈਗੇ ਸੀ ਗੋਲਵਾੜ ਦੇ ਨਜ਼ਦੀਕ ਹੁੰਦੇ ਹੋਏ ਵਰਪਾਲ ਦੇ ਵਿੱਚ ਜਿਹੜਾ ਹੈਗਾ ਸੀ ਕਮਸਾਨ ਦਾ ਯੁੱਧ ਅਬਦਾਲੀ ਦੀ ਫੌਜਾਂ ਦੇ ਨਾਲ ਉਹ ਹੋਇਆ, ਜਿਸ ਵਿੱਚ ਕਾਫੀ ਜਿਹੜੇ ਸ਼ਹੀਦ ਹੈਗੇ ਸੀ ਉਹ ਸ਼ਹੀਦ ਹੋ ਚੁੱਕੇ ਸੀ। ਔਰ ਉਹਨਾਂ ਦੇ ਪਾਵਨ ਅਸਥਾਨ ਜਿਹੜੇ ਹੈਗੇ ਆ ਵਰਪਾਲ ਦੀ ਧਰਤੀ ਦੇ ਵਿੱਚ ਉਹ ਸਥਿਤ ਹੈਗੇ ਆ। ਚਾਹੇ ਆਪਾਂ ਗੱਲ ਕਰੀਏ ਬਾਬਾ ਨੋ ਸਿੰਘ ਜੀ ਦੀ, ਜਾਂ ਫਿਰ ਬਾਬਾ ਬਲਵੰਤ ਸਿੰਘ ਜੀ, ਬਾਬਾ ਹਰਚੰਦ ਸਿੰਘ ਜੀ ਦੀ, ਬਾਬਾ ਰੂੜ ਸਿੰਘ ਜੀ ਦੀ, ਬਾਬਾ ਸਤਵੰਤ ਸਿੰਘ ਜੀ ਦੀ। ਔਰ ਉਸੇ ਤਰ੍ਹਾਂ ਹੀ ਅੱਜ ਅਸੀਂ ਪਹੁੰਚੇ ਹਾਂ ਬਾਬਾ ਦਦਾਰ ਸਿੰਘ ਜੀ ਦੇ ਪਾਵਨ ਅਸਥਾਨ ਤੇ। ਇਸ ਅਸਥਾਨ ਤੇ ਬਾਬਾ ਦਦਾਰ ਸਿੰਘ ਜੀ ਦਾ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜਿੱਥੇ ਅੱਜ ਬਾਬਾ ਦਦਾਰ ਸਿੰਘ ਜੀ ਦਾ ਗੁਰਦੁਆਰਾ ਹੈਗਾ ਉਹ ਸ਼ਿਸ਼ੋਭਿਤ ਹੈਗਾ। ਆਓ ਆਪਾਂ ਗੱਲ ਕਰਦੇ ਹਾਂ ਇੱਥੋਂ ਦੇ ਗੁਰਦੁਆਰੇ ਜਿਹੜੇ ਹੈਗੇ ਆ ਹੈੱਡ ਗ੍ਰੰਥੀ ਉਹਨਾਂ ਨਾਲ ਵੀ, ਔਰ ਇੱਥੋਂ ਦੇ ਪਾਠੀ ਸਿੰਘ ਸਾਹਿਬ ਦੇ ਨਾਲ ਵੀ, ਔਰ ਉਹਨਾਂ ਕੋਲੋਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਆਪਾਂ ਜਾਣਕਾਰੀ ਲੈਂਦੇ ਹਾਂ।
ਹੁਣ ਅਸੀਂ ਗੱਲ ਕਰਦੇ ਹਾਂ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਹੁਣਾਂ ਨਾਲ, ਔਰ ਇਸ ਗੁਰਦੁਆਰਾ ਸਾਹਿਬ ਦਾ ਹੈਗਾ ਆ ਇਤਿਹਾਸ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਗੁਰਦੁਆਰਾ ਸਾਹਿਬ ਜਿਹੜਾ ਹੈਗਾ ਆ ਇਹ ਕਿੰਨਾ ਦਾ ਹੈਗਾ ਆ ਔਰ ਕੀ ਇਹਨਾਂ ਦਾ ਇਤਿਹਾਸ ਹੈਗਾ ਜੀ? ਇਹ ਅਸਥਾਨ ਧੰਨ ਧੰਨ ਬਾਬਾ ਦਦਾਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦਾ ਅਸਥਾਨ ਹੈ। ਉਹਨਾਂ ਦਾ ਇਤਿਹਾਸ ਜਿਹੜਾ ਏ, ਜਦੋਂ 1757 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਬਖਸ਼ੀ ਜਹਾਨ ਖਾਨ ਦੀ ਕਮਾਂਡ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ ਗਈ। ਜੋ ਇਸ ਦਾ ਅੱਖੀਂ ਡਿੱਠਾ ਹਾਲ ਉਹ ਸਰਦਾਰ ਬਲਾਕਾ ਸਿੰਘ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਭਾਈ ਭਾਗ ਸਿੰਘ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਉਹਨੇ ਇਥੋਂ ਚਾਲੇ ਪਾ ਕੇ, ਜੋ ਬਾਬਾ ਦੀਪ ਸਿੰਘ ਜੀ ਉਸ ਵੇਲੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਕੌਮ ਦੀ ਸੇਵਾ ਨਿਭਾ ਰਹੇ ਸੀ, ਉਹਨਾਂ ਦੇ ਕੋਲ ਪਹੁੰਚੇ। ਜੋ ਉਹਨਾਂ ਨੇ ਹਾਲ ਦਰਬਾਰ ਸਾਹਿਬ ਦਾ ਉਸ ਵੇਲੇ ਤੱਕਿਆ ਵੀ ਜੋ ਮੁਗਲ ਫੌਜਾਂ ਕਰ ਰਹੀਆਂ ਨੇ, ਜਿਵੇਂ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਪਾਵਨ ਸਰੋਵਰ ਦੀ ਬੇਅਦਬੀ ਕੀਤੀ ਜਾ ਰਹੀ ਹੈ, ਉਹ ਸਾਰਾ ਹਾਲ ਜਾ ਕੇ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ 'ਤੇ ਦੱਸਿਆ ਜਦੋਂ, ਤੇ ਬਾਬਾ ਦੀਪ ਸਿੰਘ ਸਾਹਿਬ ਨੇ ਉਦੋਂ ਉਸੇ ਵੇਲੇ ਹੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਵਾਸਤੇ ਨਗਾਰਿਆਂ 'ਤੇ ਚੋਟਾਂ ਮਾਰ ਦਿੱਤੀਆਂ। ਸਿੰਘਾਂ ਨੂੰ ਇਹ ਹੁਕਮ ਦਿੱਤਾ ਵੀ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਾਣਾ ਹੈ ਤੇ ਜ਼ਾਲਮ ਦੇ ਜ਼ੁਲਮ ਨੂੰ ਰੋਕਣਾ ਹੈ। ਜਿਹੜਾ ਵੀ ਸਿੰਘ ਜਿੱਥੇ ਵੀ ਕਿਤੇ ਵੱਸਦਾ ਹੈ, ਉਹਨੂੰ ਜਦੋਂ ਵੀ ਖਬਰ ਮਿਲੇ ਉਹ ਸਾਡੇ ਜਥੇ ਨਾਲ ਆ ਕੇ ਸ਼ਾਮਲ ਹੋ ਸਕਦਾ ਹੈ ਜਾਂ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਸਕਦਾ ਹੈ। ਤੇ ਬਾਬਾ ਦੀਪ ਸਿੰਘ ਸਾਹਿਬ ਆਪ ਸਾਬੋ ਕੀ ਤਲਵੰਡੀ ਤੋਂ ਆਪਣਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੰਦੇ ਨੇ, ਤੇ ਬਾਕੀ ਸਿੰਘਾਂ ਨੂੰ ਤੇਜ਼ ਘੋੜ ਦੌੜ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਹ ਪਿੰਡਾਂ ਵੱਲ ਤੋਰਿਆ ਜਾਂਦਾ ਵੀ ਤੁਸੀਂ ਅੱਗੇ ਅੱਗੇ ਪਿੰਡਾਂ 'ਚ ਵੀ ਹੋਕਾ ਦੇਣਾ ਹੈ। ਮਾਝੇ, ਮਾਲਵੇ, ਦੁਆਬੇ 'ਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦਾ, ਜਿਹਨੂੰ ਗੁਰੂ ਰਾਮਦਾਸ ਦੇ ਘਰ ਨਾਲ ਪਿਆਰ ਆ, ਉਹ ਆਪਣੀ ਜਾਨ ਤਲੀ 'ਤੇ ਧਰ ਕੇ ਇਸ ਧਰਮ ਯੁੱਧ ਵਿੱਚ ਆ ਸਕਦਾ ਹੈ ਤੇ ਆਪਾਂ ਜ਼ਾਲਮ ਦੇ ਜ਼ੁਲਮ ਨੂੰ ਰੋਕਣਾ ਹੈ। ਇਹ ਖਬਰਾਂ ਜਿੱਥੇ ਜਿੱਥੇ ਵੀ ਪਹੁੰਚਦੀਆਂ ਗਈਆਂ, ਉਸ ਵੇਲੇ ਜਿਹੜੇ ਪਿੰਡਾਂ ਵਿੱਚ ਕਿਰਤੀ ਸਿੱਖ ਵੀ ਵੱਸਦੇ ਸੀ, ਉਹ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੋਂ ਕੁਰਬਾਨ ਹੋਣ ਵਾਸਤੇ ਆਪਣੇ ਪਿੰਡਾਂ ਵਿੱਚੋਂ ਛੋਟੇ ਵੱਡੇ ਜਥੇ ਜਿੰਨੇ ਵੀ ਲਿਜਾ ਸਕਦੇ ਸੀ ਉਹਨਾਂ ਨੂੰ ਲਿਜਾ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਦੇ ਨਾਲ ਜਿਹੜੇ ਨੇ ਉਹ ਰਲਣੇ ਸ਼ੁਰੂ ਹੋ ਗਏ। ਜਦੋਂ ਮਾਲਵੇ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਤੋਂ ਚਾਲੇ ਪਾਏ ਤੇ ਤਕਰੀਬਨ 2250 ਸਿੰਘ ਨਾਲ ਸੀ। ਜਿਹੜੇ ਤਰਨਤਾਰਨ ਸਾਹਿਬ ਤੱਕ ਆਉਂਦੇ ਆਉਂਦੇ ਸਾਰੇ ਇਤਿਹਾਸਕਾਰ ਲਗਭਗ ਲਿਖਦੇ ਕਿ 10 ਤੋਂ 12,000 ਦੇ ਕਰੀਬ ਸਿੰਘ ਉੱਥੇ ਇਕੱਠੇ ਹੋ ਚੁੱਕੇ ਸਨ ਬਾਬਾ ਦੀਪ ਸਿੰਘ ਸਾਹਿਬ ਦੀ ਕਮਾਂਡ ਹੇਠ। ਇਸ ਨਗਰ ਪਿੰਡ ਮਹਿਮਾ ਜੋ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਹੈ, ਇੱਥੋਂ ਦੇ ਵਸਨੀਕ ਸਨ ਬਾਬਾ ਦਦਾਰ ਸਿੰਘ ਜੀ। ਜਦੋਂ ਉਹਨਾਂ ਨੂੰ ਵੀ ਇਹ ਸਾਰੀ ਖਬਰ ਪਤਾ ਲੱਗੀ ਹਰਿਮੰਦਰ ਸਾਹਿਬ ਦੀ ਬੇਅਦਬੀ ਬਾਰੇ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਉਣ ਬਾਰੇ, ਉਹਨਾਂ ਨੇ ਵੀ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਆ। ਇੱਥੋਂ ਚਾਲੇ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਦੇ ਨਾਲ ਗੋਲਵੜ ਦੇ ਮੈਦਾਨ ਵਿੱਚ ਜਾ ਕਰਕੇ ਉਹਨਾਂ ਨੇ ਰਲਣਾ ਕੀਤਾ। ਤੇ ਫਿਰ ਜਿਹੜੀ ਉਹ ਧਰਮ ਯੁੱਧ ਦੀ ਜੰਗ ਸੀ, ਇੱਕ ਪਾਸੇ ਤਕਰੀਬਨ 40,000 ਦੀ ਫੌਜ ਹੈ, ਦੂਜੇ ਪਾਸੇ ਜਿਹੜੀ ਆ ਉਹ 10,000 ਦੀ ਫੌਜ ਹੈ। ਪਰ ਇਹ ਖਾਲਸਾ ਪੰਥ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਤੋਂ ਕੁਰਬਾਨ ਹੋਣ ਵਾਸਤੇ ਹੱਸ ਕੇ ਆਪਣੀਆਂ ਜਾਨਾਂ ਤਲੀ 'ਤੇ ਧਰ ਕੇ ਲੜਦਾ ਰਿਹਾ। ਇੱਕ ਪਾਸੇ ਜਿਹੜੇ ਦੇਸ਼ ਨੂੰ ਲੁੱਟਣ ਵਾਲੇ ਸਨ ਤੇ ਦੂਜੇ ਪਾਸੇ ਜਿਹੜੇ ਦੇਸ਼ ਨੂੰ ਬਚਾਉਣ ਵਾਲੇ ਸਨ, ਉਹਨਾਂ ਦੇਸ਼ ਨੂੰ ਬਚਾਉਣ ਵਾਲਿਆਂ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਦਦਾਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਨਾਲ ਹੋਰ ਵੀ ਸਾਡੇ ਇਲਾਕੇ 'ਚੋਂ ਬਹੁਤ ਸਾਰੇ ਸਿੰਘ, ਜਿਵੇਂ ਕਿ ਇੱਥੇ ਆਪਾਂ ਵੇਖ ਸਕਦੇ ਹਾਂ ਚੱਪੇ ਚੱਪੇ 'ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ, ਉਹਨਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ। ਬਾਬਾ ਸੰਤੋਖ ਸਿੰਘ ਸਾਹਿਬ ਜੀ, ਬਾਬਾ ਅਰੂੜ ਸਿੰਘ ਜੀ, ਬਾਬਾ ਦਿਆਲ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ, ਬਾਬਾ ਸਹਿਤ ਸਿੰਘ, ਬਾਬਾ ਮਹਿਤਾਬ ਸਿੰਘ, ਅਨੇਕਾਂ ਹੀ ਸਿੰਘ ਜਿਹੜੇ ਸੀ ਉਸ ਧਰਮ ਯੁੱਧ ਦੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਨੂੰ ਬਚਾਉਣ ਵਾਸਤੇ। ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਸਾਰੇ ਜਥੇ ਦੀ ਆਪ ਅੱਗੇ ਹੋ ਕੇ ਕਮਾਂਡ ਕਰਦੇ ਰਹੇ, ਜਿਨ੍ਹਾਂ ਦਾ ਪਾਵਨ ਸੀਸ ਉਹ ਤਕਰੀਬਨ ਗਰਵਾਲੀ ਤੇ ਚੱਬੇ ਪਿੰਡ ਦੀ ਸਾਂਝੀ ਜੀ ਹੱਦ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਬਣਿਆ ਹੋਇਆ। ਉੱਥੇ ਉਹਨਾਂ ਦਾ ਸੀਸ ਜਿਹੜਾ ਇਹ ਧਰਤ ਤੋਂ ਵੱਖਰਾ ਹੋ ਗਿਆ, ਪਰ ਉਹ ਆਪਣਾ ਕੀਤਾ ਹੋਇਆ ਪਰਨ ਨਿਭਾਉਣ ਵਾਸਤੇ ਆਪਣੇ ਸੀਸ ਨੂੰ ਆਪਣੀ ਤਲੀ 'ਤੇ ਟਿਕਾ ਕੇ ਤੇ ਦੂਜੇ ਹੱਥ ਦੇ ਨਾਲ ਖੰਡਾ ਵਾਹੁੰਦੇ ਰਹੇ ਤੇ ਜ਼ਾਲਮਾਂ ਨੂੰ ਸੋਧਾ ਲਾਉਂਦੇ ਉੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਤੇ ਬਖਸ਼ੀ ਜਹਾਨ ਖਾਨ ਦੀਆਂ ਫੌਜਾਂ ਦੇ ਕਬਜ਼ੇ ਦੇ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਛੁਡਾਇਆ ਗਿਆ। ਉਸ ਧਰਮ ਯੁੱਧ ਮੋਰਚੇ ਦੇ ਵਿੱਚ ਉਸ ਮਹਾਨ ਜੰਗ ਦੇ ਸ਼ਹੀਦ ਬਾਬਾ ਦਦਾਰ ਸਿੰਘ ਸਾਹਿਬ ਨੇ, ਜਿਨ੍ਹਾਂ ਦਾ ਸਮੁੱਚੇ ਨਗਰ ਨੇ ਨਹੀਂ ਸਮੁੱਚੇ ਇਲਾਕੇ ਨੇ
ਉਹਨਾਂ ਦੀ ਆਪਣੀ ਜੱਦੀ ਜ਼ਮੀਨ ਦੇ ਵਿੱਚ ਵਿਸ਼ਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਉਸਾਰਿਆ ਹੋਇਆ ਹੈ, ਜਿੱਥੇ ਹਰ ਸਾਲ ਹੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਆ ਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਆਪਣੀਆਂ ਜਿਹੜੀਆਂ ਨੇ ਉਹ ਮਨੋ ਭਾਵਨਾਵਾਂ ਸੰਪੂਰਨ ਹੁੰਦੀਆਂ ਨੇ। ਸੰਗਤ ਦੀਆਂ ਸ੍ਰੀ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲਦੀਆਂ ਨੇ। ਇਹ ਨਗਰ ਦੇ ਨਹੀਂ, ਇਹ ਸਮੁੱਚੇ ਇਲਾਕੇ ਦਾ ਸਾਂਝਾ ਅਸਥਾਨ ਹੈ। ਜਿੰਨੇ ਵੀ ਇਲਾਕੇ ਦੇ ਨਗਰ ਨੇ ਉਹ ਸਾਰੇ ਇਸ ਅਸਥਾਨ 'ਤੇ ਆ ਕੇ ਨਤਮਸਤਕ ਹੁੰਦੇ ਨੇ। ਬੜੀ ਸ਼ਰਧਾ ਭਾਵਨਾ ਦੇ ਨਾਲ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ। ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ, ਇੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਕਿ ਜਾਂ ਇੱਥੇ ਸ਼ਹੀਦ ਹੋਏ ਸੀ? ਇਹਨਾਂ ਬਾਰੇ ਥੋੜ੍ਹਾ ਦੱਸ ਦਿਓ ਜੀ। ਜਿਹੜਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈ, ਇੱਥੇ ਉਹਨਾਂ ਦੇ ਪਾਵਨ ਸਰੀਰ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ ਸੀ। ਇਹ ਉਹਨਾਂ ਦੇ ਉਸ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉਸਰਿਆ ਹੋਇਆ ਜੀ। ਔਰ ਇਹ ਜਗ੍ਹਾ ਕਿਤਨਾ ਪਤਾ ਲੱਗੀ ਜੀ? ਉਹ ਜਿੱਦਾਂ ਸਾਡੀਆਂ ਵੱਡ ਵਡੇਰਿਆਂ ਤੋਂ ਕੀ ਪੁਸ਼ਤਾਂ ਤੋਂ ਚੱਲਦਾ ਆ, ਕਿਉਂਕਿ ਇਤਿਹਾਸ ਸਾਡੇ ਕੋਲ ਦੋ ਤਰੀਕਿਆਂ ਨਾਲ ਆਉਂਦਾ ਜੀ। ਇੱਕ ਤੇ ਉਹ ਜਿਹੜਾ ਸਾਡੇ ਵਿਦਵਾਨ ਲਿਖ ਜਾਂਦੇ ਨੇ, ਕਿਤਾਬਾਂ ਰਾਹੀਂ ਪੜ੍ਹਦੇ ਨੇ। ਇੱਕ ਉਹ ਜਿਸ ਨੂੰ ਅਸੀਂ ਕਹਿੰਦੇ ਸੀਨੇ ਬਸੀਨੇ, ਅਸੀਂ ਜੋ ਸਾਡੇ ਵੱਡ ਵਡਾਰੇ ਦਾਦੇ ਪੜਦਾਦੇ ਦੱਸਦੇ ਆਏ ਨੇ ਉਹਨਾਂ ਦੇ ਮੁਤਾਬਕ। ਕਿਉਂਕਿ ਉਦੋਂ ਆਪਾਂ ਜਾਣਦੇ ਹਾਂ ਵੀ ਬਹੁਤੇ ਲੋਕ ਪੜ੍ਹੇ ਲਿਖੇ ਵੀ ਘੱਟ ਸਨ। ਕੁਝ ਚੀਜ਼ਾਂ ਸਾਡੇ ਕੋਲ ਲਿਖਤੀ ਰੂਪ ਵਿੱਚ ਨੇ, ਕੁਝ ਉਹੀ ਜੇ ਜੋ ਸਾਨੂੰ ਸਾਡੇ ਵੱਡ ਵਡੇਰਿਆਂ ਤੋਂ ਮਿਲੀਆਂ। ਇਹ ਸਾਡੇ ਜੋ ਵੱਡ ਵਡੇਰੇ ਨੇ ਉਹਨਾਂ ਨੇ ਇਹ ਅਸਥਾਨ ਪਹਿਲਾਂ ਨੇ ਲੱਭਿਆ, ਉਹਨਾਂ ਨੇ ਇਹਦੀ ਉਸਾਰੀ ਸ਼ੁਰੂ ਕੀਤੀ, ਪਰ ਸਮੇਂ ਦੇ ਅਨੁਸਾਰ ਇਹ ਅੱਗੇ ਵੱਧਦਾ ਗਿਆ ਹੈ। ਪਰ ਜਿਹੜਾ ਇਹ ਇਤਿਹਾਸ ਹੈ ਇਹਦੇ ਬਾਰੇ ਅਸੀਂ ਆਪਣੇ ਵੱਡ ਵਡੇਰਿਆਂ ਤੋਂ ਹੀ ਸੁਣਦੇ ਰਹੇ ਹਾਂ। ਗੁਰਦੁਆਰਾ ਸਾਹਿਬ ਦੀ ਸੇਵਾ ਸਾਂਭ ਸੰਭਾਲ ਇਸ ਵੇਲੇ ਕੌਣ ਕਰਦਾ ਪਿਆ ਜੀ? ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਇਸ ਵੇਲੇ ਲੋਕਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰ ਰਹੀ ਹੈ। ਸਾਡੇ ਨਾਲ ਬੈਠੇ ਨੇ ਬਾਬਾ ਮਲਕੀਤ ਸਿੰਘ ਸਾਹਿਬ ਜੀ, ਇਹ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ। ਭਾਈ ਯਾਦਵਿੰਦਰ ਸਿੰਘ ਜੀ ਨੇ ਉਹ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਰਹੇ ਨੇ। ਪਰ ਜੇ ਮੈਂ ਕਹਿ ਲਵਾਂ ਕਿ ਇਕੱਲੀ ਕਮੇਟੀ ਦੀ ਨਹੀਂ, ਇਕੱਲੇ ਨਗਰ ਦੀ ਨਹੀਂ, ਸਮੁੱਚੇ ਇਲਾਕੇ ਦੀ ਸਹਿਯੋਗ ਦੇ ਨਾਲ ਸੇਵਾ ਚੱਲ ਰਹੀ ਹੈ ਜੀ। ਬਾਬਾ ਜੀ ਦਾ ਕੋਈ ਸਾਲ ਦੇ ਵਿੱਚ ਕੋਈ ਸਾਲਾਨਾ ਮੇਲਾ, ਜੋੜ ਮੇਲਾ ਕੋਈ ਕਰਵਾਇਆ ਜਾਂਦਾ ਜਿੱਥੇ? ਹਾਂਜੀ, ਸਾਲਾਨਾ ਜੋੜ ਮੇਲਾ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਾਇਆ ਜਾਂਦਾ ਹੈ। ਇਹ ਤਕਰੀਬਨ ਵੈਸੇ ਤੇ ਪਹਿਲਾਂ ਜਿਹੜੇ ਸਾਡੇ ਵੱਡ ਵਡੇਰੇ ਵਰਤਦੇ ਸੀ ਉਹ ਚੌਥਾ ਨਰਾਤਾ ਦਿਨ ਉਹਨਾਂ ਮਿਥਿਆ ਸੀ। ਅੱਜ ਕੱਲ੍ਹ ਕਿਉਂਕਿ ਆਪਾਂ ਗੁਰਮਰਿਆਦਾ ਅਨੁਸਾਰ ਨਰਾਤਿਆਂ ਦਾ ਇੰਨਾ ਜ਼ਿਕਰ ਨਹੀਂ ਕਰਦੇ, ਪਰ ਜਿਹੜਾ ਦਿਨ ਉਹਨਾਂ ਨੇ ਮਿਥਿਆ ਸੀ ਉਸੇ ਦਿਨ ਦੇ ਮੁਤਾਬਕ ਇਹ ਸਾਲ ਬਾਅਦ ਸਾਲਾਨਾ ਜੋੜ ਮੇਲਾ 3 ਦਿਨ ਦਾ ਭਾਰੀ ਜੋੜ ਮੇਲਾ ਜਿਹੜਾ, ਇੱਕ ਦਿਨ ਨਗਰ ਕੀਰਤਨ ਹੈ, 2 ਦਿਨ ਦੇ ਦੀਵਾਨ ਹੁੰਦੇ ਨੇ ਤੇ ਅਟੁੱਟ ਲੰਗਰ ਚੱਲਦੇ ਨੇ। ਬਹੁਤ ਭਾਰੀ ਜੋੜ ਮੇਲਾ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਜੀ। ਬਾਬਾ ਜਿਨ੍ਹਾਂ ਸ਼ਰਧਾਲੂਆਂ ਦੀਆਂ ਕੋਈ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਫਿਰ ਮਹਾਰਾਜ ਦੇ ਪ੍ਰਕਾਸ਼ ਜਿਹੜਾ ਹੈਗਾ ਆ ਉਹ ਇੱਥੇ ਕੋਈ ਖੰਡ ਪਾਠ ਵੀ ਕੋਈ ਰਖਾਉਂਦਾ ਆ ਜਾਂ ਕੋਈ ਲੜੀਵਾਰ ਕੋਈ ਮਹਾਰਾਜ ਦਾ ਪ੍ਰਕਾਸ਼ ਲੜੀਵਾਰ ਚੱਲਦਾ ਇੱਥੇ, ਮਤਲਬ ਕਿ ਖੰਡ ਪਾਠ ਵਗੈਰਾ ਕੋਈ? ਹਾਂਜੀ ਹਾਂਜੀ, ਬਹੁਤ ਸਾਰੀਆਂ ਜੋ ਵੀ ਸੰਗਤਾਂ ਦੀਆਂ ਮਨੋ ਭਾਵਨਾਵਾਂ ਉਹ ਸੰਪੂਰਨ ਹੁੰਦੀਆਂ ਨੇ। ਤੇ 2 ਲੜੀਆਂ ਜਿਹੜੀਆਂ ਨੇ ਅਖੰਡ ਪਾਠ ਸਾਹਿਬਾਂ ਦੇ ਉਹਨਾਂ ਦੇ ਹੁਣ ਵੀ ਭੋਗ ਪੈ ਚੁੱਕੇ ਨੇ। ਤੀਸਰੀ ਲੜੀ ਜਿਹੜੀ ਆ ਉਹ ਤਕਰੀਬਨ 21-22 ਅਖੰਡ ਪਾਠ ਸਾਹਿਬ ਅਸੀਂ ਕੱਲ੍ਹ ਨੂੰ ਆਰੰਭ ਕਰਨੇ ਆ। ਪਰ ਹੋਰ ਵੀ ਸੰਗਤਾਂ ਦੇ ਬਹੁਤ ਜਿਨ੍ਹਾਂ ਤੋਂ ਅਸੀਂ ਬੇਨਤੀ ਕਰਦੇ ਹਾਂ ਵੀ ਆਪਣੇ ਕੋਲ ਅਖੰਡ ਪਾਠ ਸਾਹਿਬ ਜ਼ਿਆਦਾ ਹੋ ਜਾਂਦੇ, ਥੋੜ੍ਹਾ ਅੱਗੇ ਪਿੱਛੇ ਕਰਕੇ ਵੀ ਕਰਾਏ ਜਾਣ। ਪਰ ਸੰਗਤਾਂ ਦੀ ਬਹੁਤ ਸ਼ਰਧਾ ਹੈ, ਬਹੁਤ ਮਨੋ ਭਾਵਨਾਵਾਂ ਸੰਪੂਰਨ ਹੁੰਦੀਆਂ ਨੇ। ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਮੇਲੇ ਤੋਂ ਇਲਾਵਾ ਵੀ ਤਕਰੀਬਨ ਚੱਲਦੇ ਹੀ ਰਹਿੰਦੇ ਨੇ। ਬਾਬਾ ਜੀ ਗੁਰਦੁਆਰਾ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਕਿ ਇਤਿਹਾਸਕ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਇੱਥੇ ਕੋਈ ਇਹ ਨਹੀਂ ਕੋਤਕ ਦੱਸੋ, ਕੋਈ ਘਟਨਾ ਦੱਸੋ, ਕਿਉਂਕਿ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਜਿਹੜੇ ਹੈਗੇ ਆ ਵੈਸੇ ਹੀ ਅਕਸਰ ਲੋਕ ਕਹਿੰਦੇ ਨੇ ਕਿ ਸ਼ਹੀਦ ਸਿੰਘ ਹਮੇਸ਼ਾ ਹਾਜ਼ਰ ਨਾਜ਼ਰ ਰਹਿੰਦੇ ਨੇ, ਬਹੁਤ ਪ੍ਰਤੱਖ ਹੁੰਦੇ ਨੇ ਕਿ ਬਹੁਤ ਡਾਢੇ ਵੀ ਹੁੰਦੇ ਨੇ, ਹੈ ਨਾ। ਕੋਈ ਇਹ ਨਾ ਕੋਈ ਦੱਸੋ ਕੋਈ ਇਤਿਹਾਸਕਾਰ ਜਿਹੜਾ ਕੋਈ ਇੱਥੇ ਕੋਈ ਘਟਨਾ ਇਹ ਨਹੀਂ ਕੋਈ ਘਟੀ ਹੋਵੇ ਕੋਈ ਕਿਸੇ ਕੋਈ ਜਿੱਥੇ ਸ਼ਹੀਦ ਸਿੰਘਾਂ ਦਾ ਵਾਸਾ ਹੈ। ਜਿੱਦਾਂ ਸਤਿਗੁਰਾਂ ਦੀ ਬਾਣੀ ਦਾ ਵੀ ਫਰਮਾਨ ਹੈ, ਹਰ ਜਨ ਦੋਇ ਏਕ ਹੈ ਬਿਬ ਵਿਚਾਰ ਕਿਛ ਨਾਏ। ਜਿਹੜੇ ਉਸ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਉਹਨਾਂ ਦੇ ਨਾਂ ਤੋਂ ਕੁਰਬਾਨ ਹੋ ਗਏ, ਉਹਨਾਂ ਤੇ ਪਰਮਾਤਮਾ ਵਿੱਚ ਕੋਈ ਵੀ ਭੇਦ ਨਹੀਂ ਹੁੰਦਾ। ਤੇ ਸੋ ਕੌਤਕ ਤੇ ਇੱਥੇ ਹਜ਼ਾਰਾਂ ਲੱਖਾਂ ਹੀ ਜਿਹੜੇ ਨੇ ਉਹ ਵਰਤਦੇ ਨੇ। ਪਰ ਜੇ ਮੈਂ ਪ੍ਰਮਾਣ ਦੀ ਗੱਲ ਕਰਾਂ ਜਿਹੜੇ ਇਸ ਵੇਲੇ ਮੇਰੇ ਯਾਦ ਵਿੱਚ ਆ, ਸਾਡੇ ਨਾਲ ਹੀ ਬੈਠੇ ਸਾਡੇ ਸਤਿਕਾਰਯੋਗ ਤਾਇਆ ਜੀ ਸਰਦਾਰ ਚਰਨ ਸਿੰਘ ਜੀ, ਜਿਹੜੇ ਪਿੱਛੋਂ ਸਾਡੇ ਨਗਰ ਦੇ ਜਿਹੜੇ ਨੇ ਉਹ ਵਸਨੀਕ ਨੇ ਤੇ ਇਹਨਾਂ ਦੀ ਰਿਹਾਇਸ਼ ਨਾਲ ਬੰਬੇ ਵੀ ਹੈ। ਇਹ ਸਾਨੂੰ ਦੱਸ ਰਹੇ ਸੀ ਕਿ ਬੜੀ ਪੁਰਾਣੀ ਗੱਲ ਸੀ, ਇਹਨਾਂ ਦਾ ਬੱਚਾ ਸੀ ਬੇਟਾ, ਉਹ ਬੜੀ ਛੋਟੀ ਏਜ ਸੀ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸੀ ਤੇ ਕੋਈ ਓਪਰੇਟ ਹੋਣਾ ਸੀ ਜਿਹੜਾ ਬੜਾ ਕਠਿਨ ਸੀ। ਇਹ ਉਸ ਵੇਲੇ ਇਸ ਅਸਥਾਨ ਦੇ ਉੱਪਰ ਸੇਵਾ ਨਿਭਾ ਰਿਹਾ ਸੀ ਤੇ ਡਾਕਟਰਾਂ ਨੇ ਇਹਨਾਂ ਨੂੰ ਦੱਸਿਆ ਵੀ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਉਹ ਬੜੀ ਇਸ ਵੇਲੇ ਜਿਹੜੀ ਹੈ ਉਹ ਟਾਈਟ ਹੈ। ਤੇ ਸੋ ਇਹਨਾਂ ਨੇ ਪੂਰਨ ਭਰੋਸਾ ਜਿਹੜਾ ਉਹ ਸ਼ਹੀਦਾਂ ਦੇ ਅਸਥਾਨ 'ਤੇ ਰੱਖਿਆ ਤੇ ਅਰਦਾਸ ਬੇਨਤੀ ਕੀਤੀ, ਇੱਥੇ ਨਾਲ ਇਹ ਸੇਵਾ ਕਰਦੇ ਰਹੇ। ਤੇ ਜਿਹੜਾ ਬੱਚਾ ਸੀ ਉਹ ਬਿਲਕੁਲ 9/9 ਹੋ ਗਿਆ ਤੇ ਬਹੁਤ ਜਲਦੀ ਹੋ ਗਿਆ।
ਤੇ ਆਪ ਆ ਕੇ ਫਿਰ ਇਸ ਅਸਥਾਨ ਤੇ ਉਹ ਸੇਵਾਵਾਂ ਆਪਣੇ ਹੱਥੀਂ ਨਿਭਾਉਂਦਾ ਰਿਹਾ। ਇਸ ਤਰ੍ਹਾਂ ਦੇ ਅਨੇਕਾਂ ਹੀ ਕੌਤਕ ਜਿਹੜੇ ਨੇ ਉਹ ਵਰਤਦੇ ਰਹਿੰਦੇ ਨੇ, ਕਿਉਂਕਿ ਸ਼ਹੀਦ ਸਿੰਘ ਜੇ ਉਹ ਆਪ ਸਦਾ ਹਾਜ਼ਰ ਨਾਜ਼ਰ ਨੇ। ਹੋਰ ਸਾਡੇ ਪਿੰਡ ਤੇ ਇਲਾਕੇ ਤੋਂ ਇਲਾਵਾ ਵੀ ਜਿਹੜੀਆਂ ਦੂਰ ਤੋਂ ਸੰਗਤਾਂ ਆਉਂਦੀਆਂ ਨੇ, ਉਹ ਆਪ ਕਈ ਵਾਰ ਸਾਨੂੰ ਦੱਸਦੀਆਂ ਨੇ, ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਆਏ ਸੀ, ਅਸੀਂ ਉਹ ਅਰਦਾਸ ਕੀਤੀ ਸੀ ਜਦੋਂ ਸਾਨੂੰ ਡਾਕਟਰਾਂ ਤੋਂ ਜਵਾਬ ਮਿਲ ਚੁੱਕਾ ਸੀ ਤੇ ਸਾਡੇ ਤੇ ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ ਹੈ। ਅਸੀਂ ਜਿਹੜੀ ਸੀ ਉਹ ਸੁਖਣਾ ਸੁਖੀ ਸੀ। ਕੋਈ ਅਖੰਡ ਪਾਠ ਸਾਹਿਬ ਕਰਵਾ ਕੇ ਜਾਂਦਾ ਏ, ਕੋਈ ਹੋਰ ਸੇਵਾ ਕਰਵਾ ਕੇ ਜਾਂਦਾ ਏ, ਤੇ ਸੋ ਬੜੀ ਸ਼ਹੀਦ ਸਿੰਘਾਂ ਦੀ ਕਿਰਪਾ ਏ। ਜੋ ਵੀ ਸ਼ਰਧਾ ਭਾਵਨਾ ਨਾਲ ਸਥਾਨ ਤੇ ਆ ਕੇ ਅਰਦਾਸ ਕਰਦਾ ਏ ਉਹ ਜ਼ਰੂਰ ਸੰਪੂਰਨ ਹੁੰਦੀ ਹੈ ਇੱਥੇ ਜੀ। ਬਾਬਾ ਜੀ ਗੁਰਦੁਆਰਾ ਸਾਹਿਬ ਜਿਹੜਾ ਸਮਾਧਾ ਸਾਹਿਬ ਬਣਿਆ, ਥੋੜਾ ਉਸ ਦੇ ਬਾਰੇ ਦੱਸ ਦਿਓ ਜੀ। ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਨਾਲ ਬਾਬਾ ਦਦਾਰ ਸਿੰਘ ਜੀ ਸ਼ਹੀਦ, ਉਹਨਾਂ ਦਾ ਪਾਵਨ ਸਮਾਧਾ ਸਾਹਿਬ ਜਿਹੜਾ ਹੈ ਉਹ ਬਣਿਆ ਹੋਇਆ ਹੈ। ਜੋ ਸਾਡੇ ਵੱਡੇ ਦੱਸਦੇ ਸੀ ਕਿ ਪਹਿਲਾਂ ਬਾਬਾ ਜੀ ਦਾ ਸਮਾਧਾ ਸੀ, ਫਿਰ ਜਿਉਂ-ਜਿਉਂ ਸਮੇਂ ਦੇ ਨਾਲ ਜਿਹੜਾ ਹੈ ਉਹ ਇਸ ਤਰ੍ਹਾਂ ਇਮਾਰਤ, ਸੁੰਦਰ ਇਮਾਰਤ ਦੇ ਰੂਪ ਜਿਹੜਾ ਹੈ ਉਹ ਧਾਰਨ ਕਰ ਗਈ। ਪਰ ਬਾਬਾ ਜੀ ਦਾ ਸਮਾਧਾ ਜਿਹੜਾ ਪੁਰਾਤਨ ਹੈ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਸੰਗਤ ਦੀ ਸ਼ਰਧਾ ਹੈ। ਸਮਾਧਾ ਸਾਹਿਬ ਦੇ ਨਾਲ ਬਿਲਕੁਲ ਸਾਡੇ ਇੱਕ ਬੇਰ ਸਾਹਿਬ ਵੀ ਹੈ, ਜਿਹੜੀ ਕਿ ਬਾਬਾ ਜੀ ਦੇ ਸਮੇਂ ਦੀ ਦੱਸੀ ਜਾਂਦੀ ਹੈ। ਤੇ ਉਹਦੀ ਜੇ ਮੈਂ ਗੱਲ ਕਰਾਂ ਕਰਾਮਾਤ ਦੀ, ਤੇ ਪਿੱਛੇ ਜੇ ਹਨੇਰੀ ਦੇ ਨਾਲ ਉਹਦਾ ਇੱਕ ਨਾ ਟਾਹਣਾ ਟੁੱਟ ਗਿਆ ਸੀ। ਉਹ ਜਦੋਂ ਵੀ ਉਸ ਨੂੰ ਆਰੇ ਤੇ ਚੀਰਨ ਵਾਸਤੇ ਰੱਖਦੇ ਸੀ ਤੇ ਉਹ ਆਰਾ ਚੱਲਦਾ ਨਹੀਂ ਸੀ। ਇੱਕ ਵਾਰ ਨਹੀਂ, ਉਸ ਨੂੰ ਸੈਂਕੜੇ ਵਾਰ ਇਹ ਤਜਰਬਾ ਕੀਤਾ ਗਿਆ, ਪਰ ਉਸ ਦੇ ਵਿੱਚ 1 ਇੰਚੀ ਵੀ ਚੀਰ ਆਰਾ ਜਿਹੜਾ ਉਹ ਪਾ ਨਹੀਂ ਸਕਿਆ। ਇਹ ਸ਼ਹੀਦ ਸਿੰਘਾਂ ਦੀ ਜਿਹੜਾ ਇਹ ਉਹ ਬੇਰੀ ਹੈ, ਉਹ ਪੁਰਾਣੀ ਦੱਸੀ ਜਾਂਦੀ ਹੈ। ਅੱਜ ਬੜੀ ਸਾਂਭ ਸੰਭਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬੇਰ ਸਾਹਿਬ ਦੀ ਵੀ ਕੀਤੀ ਹੈ। ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ। ਨਾਲ ਜਿਹੜੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਹੈ ਉਹ ਬਣੀ ਹੋਈ ਹੈ। ਸਰੋਵਰ ਇੱਥੇ ਮੌਜੂਦ ਹੈ, ਜਿਸ ਵਿੱਚ ਆ ਕੇ ਸੰਗਤ ਇਸ਼ਨਾਨ ਕਰਦੀ ਹੈ ਸ਼ਰਧਾ ਭਾਵਨਾ ਦੇ ਨਾਲ, ਜਿਸ ਦੇ ਨਾਲ ਤਨ ਤੇ ਮਨ ਦੇ ਰੋਗ ਜਿਹੜੇ ਨੇ ਉਹ ਵੀ ਦੂਰ ਹੁੰਦੇ ਨੇ। 24 ਘੰਟੇ ਇੱਥੇ ਲੰਗਰ ਚੱਲਦਾ ਹੈ। ਕੋਈ ਵੀ ਰਾਹੀ ਆਵੇ, ਕਿਸੇ ਨੂੰ ਰਾਤ ਰਹਿਣਾ ਹੋਵੇ, ਕੋਈ ਮੁਸ਼ਕਿਲ ਨਹੀਂ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ 24 ਘੰਟੇ ਲੰਗਰ ਚੱਲਦੇ ਰਹਿੰਦੇ ਨੇ। ਹਰ ਮਹੀਨੇ ਸਮਾਗਮ ਚੱਲਦੇ ਨੇ। ਲਗਾਤਾਰ ਗੁਰੂ ਕੀ ਬਾਣੀ ਦਾ, ਤਨ ਦਾ ਤੇ ਮਨ ਦਾ ਲੰਗਰ ਦੋਵੇਂ ਉਹ ਸਾਥ-ਸਾਥ ਚੱਲਦੇ ਰਹਿੰਦੇ ਜੀ। ਬਾਬਾ ਜੀ ਗੁਰਦੁਆਰਾ ਸਾਹਿਬ ਕਿੱਥੇ ਸਥਿਤ ਹੈਗਾ ਜੀ? ਇਹ ਗੁਰਦੁਆਰਾ ਸਾਹਿਬ ਪਿੰਡ ਮਹਿਮਾ ਪੰਡੋਰੀ ਹੈ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਹੈ। ਜੇ ਜਲੰਧਰ ਰੋਡ ਤੋਂ ਦਬੁਰਜੀ ਅੱਡੇ ਤੋਂ ਤਕਰੀਬਨ 3 ਕਿਲੋਮੀਟਰ ਜਿਹੜਾ ਉਹ ਥੋੜ੍ਹਾ ਸਾਈਡ 'ਤੇ ਪੈਂਦਾ ਹੈ। ਅਤੇ ਜੇ ਅੰਮ੍ਰਿਤਸਰ ਤਰਨਤਾਰਨ ਸਾਹਿਬ ਰੋਡ 'ਤੇ ਚੱਲਣਾ ਹੋਵੇ ਤੇ ਗਰਵਾਲੀ ਪਿੰਡ ਤੋਂ ਥੋੜ੍ਹਾ ਜਿਹਾ ਚੜ੍ਹਦੇ ਪਾਸੇ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਭਾਈ ਮਲਕੀਤ ਸਿੰਘ ਹੋਣਾ ਨਾਲ, ਔਰ ਆਪਾਂ ਗੱਲਬਾਤ ਕਰਦੇ ਹਾਂ ਜੀ ਕਿਹੜਾ ਗੁਰਦੁਆਰੇ ਸਾਹਿਬ ਦਾ ਇਤਿਹਾਸ ਦਾ, ਇਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਇਹਨਾਂ ਦਾ ਜੀ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਮਲਕੀਤ ਸਿੰਘ ਜੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਇੱਥੇ ਧੰਨ ਧੰਨ ਬਾਬਾ ਦਾਸ ਸਿੰਘ ਦੇ ਪਾਵਨ ਸਥਾਨਾਂ 'ਤੇ ਦਾਸ ਨੂੰ ਹੈਡ ਗ੍ਰੰਥੀ ਦੀ ਜੋ ਡਿਊਟੀ ਸਤਿਗੁਰੂ ਜੀ ਕਰਾ ਰਹੇ ਹਨ। ਮੈਨੂੰ ਇੱਥੇ ਤਕਰੀਬਨ 7 ਸਾਲ ਹੋ ਗਏ ਨੇ ਹੈਡ ਗ੍ਰੰਥੀ ਡਿਊਟੀ ਕਰਦਿਆਂ। ਜੋ ਬਚਪਨ ਤੋਂ ਵੀ ਛੋਟੇ ਹੁੰਦਿਆਂ ਤੋਂ ਇਸ ਸਥਾਨ ਦੇ ਨਾਲ ਜੁੜੇ ਹਾਂ। ਇਸ ਜੋ ਨਗਰ ਹੀ ਇਹ ਵੀ ਸਾਡਾ ਆਪ ਦਾ ਨਗਰ ਹੈ, ਇੱਥੋਂ ਦਾ ਜਨਮ ਪਲ ਹੈ। ਜੋ ਹਰ ਮਹੀਨੇ ਬਾਬਾ ਦਾਸ ਸਿੰਘ ਪਾਵਨ ਸਥਾਨਾਂ 'ਤੇ ਜੋ ਥੇਈ ਦਾ ਪਾਵਨ ਦਿਹਾੜਾ ਮਨਾਇਆ ਜਾਂਦਾ ਹੈ, ਜੋ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਮਨਾਉਂਦੀਆਂ ਹਨ। ਇਸ ਸਥਾਨ 'ਤੇ ਦਾਸ ਨੇ ਬਹੁਤ ਵਾਰੀ ਦੇਖਿਆ, ਜਿਹੜਾ ਵੀ ਸ਼ਰਧਾ ਅਤੇ ਭਾਵਨਾ ਦੇ ਨਾਲ ਅਰਦਾਸ ਕਰਾਉਂਦਾ ਹੈ, ਉਹਨਾਂ ਦੀਆਂ ਅਰਦਾਸਾਂ ਸਤਿਗੁਰੂ ਜੀ ਸ਼ਹੀਦ ਸਿੰਘ ਮਨਜ਼ੂਰ ਕਰਦੇ ਹਨ। ਅਤੇ ਉਹ ਸ਼ਰਧਾ ਭਾਵਨਾ ਦੇ ਨਾਲ ਫਿਰ ਦੁਬਾਰਾ ਆਣ ਕੇ ਜਿਹੜਾ ਇੱਕ ਵਾਰੀ ਇੱਥੇ ਸਥਾਨ 'ਤੇ ਆਣ ਕੇ ਅਰਦਾਸ ਕਰਦਾ ਹੈ, ਉਹ ਦੂਸਰੀ ਵਾਰ ਆਪ ਹੀ ਆਪਣੇ ਆਪ ਚੱਲ ਕੇ ਆਉਂਦਾ ਹੈ। ਅਤੇ ਸੰਗਤਾਂ ਜੋ ਵੀ ਸੇਵਾ ਇੱਥੋਂ ਸੰਗਤਾਂ ਨੂੰ ਦਾਸ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਦੱਸੀ ਜਾਂਦੀ ਹੈ, ਅਤੇ ਸੰਗਤਾਂ ਬੜੇ ਉਤਸ਼ਾਹ ਅਤੇ ਪ੍ਰੇਮ ਭਾਵਨਾ ਦੇ ਨਾਲ ਕਰਦੀਆਂ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ, ਜੋ ਉਹਨਾਂ ਦੀਆਂ ਮੰਨਤਾਂ ਹਨ ਮੰਨਦੀਆਂ, ਉਹ ਸਤਿਗੁਰੂ ਸ਼ਹੀਦ ਸਿੰਘ ਪੂਰੀਆਂ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਔਰ ਇੱਥੋਂ ਜਿਹੜੇ ਹੈੱਡ ਗ੍ਰੰਥੀ ਹੈਗੇ ਨੇ ਬਾਬਾ ਜੀ, ਜਿਨ੍ਹਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਉਹ ਰੂਬਰੂ ਕਰਾਇਆ ਔਰ ਸਾਨੂੰ ਦੱਸਿਆ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈਗਾ ਆ। ਔਰ ਇਸ ਨਗਰ ਦੇ ਵਿੱਚ ਪਿੰਡ ਵਰਪਾਲ ਦੇ ਵਿੱਚ ਤਕਰੀਬਨ 40 ਤੋਂ 45
ਗੁਰਦੁਆਰੇ ਜਿਹੜੇ ਹੈਗੇ ਆ ਉਹ ਸਥਿਤ ਹੈਗੇ ਜਿਨ੍ਹਾਂ ਦਾ ਇਤਿਹਾਸ ਸੇਮ ਹੀ ਹੈਗਾ ਆ। ਇਹ ਜਿਹੜੇ ਗੁਰਦੁਆਰੇ ਸਾਹਿਬ ਹੈਗੇ ਨੇ ਇਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਜਿਹੜੇ ਹੈਗੇ ਨੇ ਗੁਰਦੁਆਰੇ ਹੈਗੇ ਇੱਥੇ ਉਹ ਪਾਵਨ ਸਥਾਨ ਬਣੇ ਨੇ। ਚਾਹੇ ਇਸ ਜਗ੍ਹਾ ਦੀ ਆਪਾਂ ਗੱਲ ਕਰੀ ਕਿ ਉੱਥੇ ਸ਼ਹੀਦ ਸਿੰਘ ਜਿਹੜੇ ਹੋਏ ਸੀ ਉੱਥੇ ਉਹ ਗੁਰਦੁਆਰਾ ਸਾਹਿਬ ਬਣਿਆ ਕਿ ਜਾਂ ਫਿਰ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਪਾਵਨ ਸਥਾਨ ਬਣੇ ਗਏ ਆ। ਇਸੇ ਤਰ੍ਹਾਂ ਸਾਡੀ ਵੀਡੀਓ ਨਾਲ ਜੁੜੇ ਰਹੋ। ਫੇਸਬੁੱਕ YouTube ਨੂੰ ਲਾਈਕ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਤਿਹਾਸਕ ਜਿਹੜੇ ਗੁਰਦੁਆਰੇ ਜਿਹੜੇ ਹੈਗੇ ਗੁਰਧਾਮ ਹੈਗੇ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ ਰਿਪੋਰਟ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।